ਸਤਿ ਸ਼੍ਰੀ ਅਕਾਲ। ਲੋਕਰਨ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆਏ। ਧੰਨਵਾਦ ਬਹੁਤ ਜੀ ਸਰੋਤਿਆਂ ਦੇ ਰੂਬਰੂ ਕਰਾਉਣ ਲਈ ਤੁਹਾਡੀ ਮਿਹਰਬਾਨੀ ਤੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅਸੀਂ ਧਾਲੀਵਾਲ ਸਾਹਿਬ ਨਾਲ ਅੱਜ ਦਾ ਜੋ ਵਿਸ਼ਾ ਰੱਖਿਆ ਕਿ ਆਖਰ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਅੱਜ ਨਿਸ਼ਾਨੇ ਤੇ ਜਾਪਦੀ ਹੈ। ਪਿਛਲੇ 1 ਮਹੀਨੇ ਦੇ ਵਿੱਚ ਬੜੀਆਂ ਵੱਡੀਆਂ ਘਟਨਾਵਾਂ ਹੋਈਆਂ ਜੋ ਕਿਤੇ ਨਾ ਕਿਤੇ ਜੋ ਇਤਿਹਾਸ ਦੇ ਵਿੱਚ ਵਾਪਰਿਆ ਉਹ ਸਭ ਕੁਝ ਮੁੜ ਨਾ ਹੋਣ ਦਾ ਕਹਿੰਦੇ ਆ ਕਿ ਨਾ ਹੋਵੇ ਖਦਸ਼ਾ, ਪਰ ਬੜੇ ਵੱਡੇ ਪੱਧਰ ਉੱਤੇ ਹੈ। ਬੁੱਧੀਜੀਵੀਆਂ ਦੀ ਰਾਏ ਹੈ, ਵੱਡੇ ਤਬਕੇ ਦਾ ਇਹ ਮੰਨਣਾ ਕਿ ਜਦੋਂ ਸੈਂਟਰ ਦੇ ਵਿੱਚ ਚੋਣਾਂ ਆਉਂਦੀਆਂ ਤਾਂ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾਂਦਾ। ਹੁਣ ਜੇਕਰ ਮੈਂ 3 ਘਟਨਾਵਾਂ ਦਾ ਜ਼ਿਕਰ ਕਰਾਂ, ਹਾਲਾਂਕਿ ਵਾਪਰੀਆਂ ਤਾਂ ਬੜੀਆਂ। ਇੱਕ ਤਾਂ ਜੋ ਕੁਛ ਕਰਨਾਲ ਦੇ ਵਿੱਚ ਹੋਇਆ, 4 ਨੌਜਵਾਨ ਫੜੇ ਗਏ, ਉਸ ਤੋਂ ਬਾਅਦ 2 ਮੁੰਡੇ ਨੌਜਵਾਨ ਹੋਰ ਫੜੇ ਗਏ। ਧਰਮਸ਼ਾਲਾ ਦੇ ਵਿੱਚ ਜੋ ਕੁਛ ਵਾਪਰਿਆ ਤੇ ਉਸ ਤੋਂ ਪਹਿਲਾਂ ਵਿਧਾਨ ਸਭਾ ਦੇ ਗੇਟ ਦੇ ਉੱਤੇ ਹਿਮਾਚਲ ਦੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖ ਦੇਣਾ, ਝੰਡੇ ਲਾ ਦੇਣਾ, ਤੇ ਉਸ ਤੋਂ ਬਾਅਦ ਜੋ ਪੰਨੂ ਨੇ, ਗੁਰਵੰਤ ਸਿੰਘ ਪੰਨੂ ਨੇ, ਜੋ ਉਹਨਾਂ ਦਾ ਬਿਆਨ ਆਉਣਾ, ਉਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਬੜੇ ਵੱਡੇ ਖਦਸ਼ੇ ਜ਼ਾਹਿਰ ਕਰਦਾ। ਆਖਰ ਟਾਰਗੇਟ ਦੇ ਉੱਤੇ ਸਿੱਖ ਕੌਮ ਹੀ ਕਿਉਂ? ਇਸ ਮਸਲੇ 'ਤੇ ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ। ਧਾਲੀਵਾਲ ਸਾਹਿਬ, ਤੁਸੀਂ ਅੱਜ ਤੋਂ ਜੋ 30 ਸਾਲ ਪਹਿਲਾਂ ਹੋਇਆ ਅੱਖੀਂ ਸਾਹਿਬ ਉਹ ਦੇਖਿਆ, ਅੱਜ ਫਿਰ ਜੋ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਘੱਟ ਗਿਣਤੀ ਦੇ ਖਿਲਾਫ, ਤਾਂ ਹਾਲਾਂਕਿ ਅਸੀਂ ਗੱਲਬਾਤ ਕਰਦੇ ਹਾਂ ਕਿ ਘੱਟ ਗਿਣਤੀਆਂ ਧੱਕੇ ਦਾ ਸ਼ਿਕਾਰ ਹੁੰਦੀਆਂ ਆ ਰਹੀਆਂ, ਪਰ ਜੋ ਜਿਸ ਮੋੜ ਤੇ ਹੁਣ ਖੜੇ ਹਾਂ, ਜੋ 3-4 ਘਟਨਾਵਾਂ ਇੱਕਦਮ ਨਿਕਲ ਕੇ ਆਈਆਂ, ਇਹਨਾਂ ਘਟਨਾਵਾਂ ਨੂੰ ਅਸੀਂ ਫਿਰ ਸਮਝੀਏ ਕਿਵੇਂ? ਦੇਖੋ, ਮੈਂ ਇਸ ਨੂੰ 2 ਤਰੀਕਿਆਂ ਨਾਲ ਵਿਸ਼ਲੇਸ਼ਣ ਇਹਦਾ ਕਰਦਾ ਕਿ ਇੱਕ ਹੈ ਕਿ ਸਿੱਖ ਮਸਲੇ, ਇੱਕ ਹੈਗੇ ਪੰਜਾਬੀਆਂ ਦੇ ਮਸਲੇ। ਜਦੋਂ ਆਪਾਂ ਸਿੱਖ ਮਸਲਿਆਂ ਦੀ ਗੱਲ ਕਰਦੇ ਹਾਂ, ਇਹ ਪਿਓਰਲੀ ਧਾਰਮਿਕ ਡੋਮੇਨ ਹੈ, ਧਰਮ ਦਾ ਏਰੀਆ ਹੈ। ਜਦੋਂ ਆਪਾਂ ਪੰਜਾਬੀਆਂ ਦੇ ਮਸਲਿਆਂ ਦੀ ਗੱਲ ਕਰਦੇ ਹਾਂ ਤਾਂ ਇਹ ਸੱਭਿਆਚਾਰ ਤੇ ਆਰਥਿਕ ਮਸਲੇ ਦੋਵੇਂ ਰਲਾ ਕੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਨੇ। ਜਿੱਥੋਂ ਤੱਕ ਰਾਜਨੀਤੀ ਦੀ ਗੱਲ ਹੈ, ਜਿਹੜੀ ਪੰਜਾਬ ਦੀ ਰਾਜਨੀਤੀ ਹੈ, ਜੇ ਆਪਾਂ ਇਹ ਸਮਝੀਏ ਪਾਰਟੀ ਜਿਹੜੀ ਮਰਜ਼ੀ ਹੋਵੇ, ਜਦੋਂ ਉਹ ਪੰਜਾਬ ਵਿੱਚ ਰਾਜਨੀਤੀ ਉਹਨੂੰ ਕਰਨੀ ਚਾਹੀਦੀ ਹੈ ਤਾਂ ਉਸ ਨੂੰ ਪੰਜਾਬੀ ਮਸਲਿਆਂ 'ਤੇ, ਪੰਜਾਬੀ ਸਮੱਸਿਆਵਾਂ 'ਤੇ, ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ 'ਤੇ ਅੱਗੇ ਵਧਣਾ ਚਾਹੀਦਾ ਹੈ ਉਹਦੇ ਹੱਲ ਲਈ। ਪਰੰਤੂ ਦੇਖਿਆ ਇਹ ਗਿਆ ਕਿ ਸਿੱਖ ਮਸਲਿਆਂ 'ਤੇ ਜਿਹੜੀ ਪਾਰਟੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਰਹੀ ਹੈ, ਜਿਹਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਹਾਂ, ਬਾਅਦ ਵਿੱਚ ਉਸ ਦੇ ਕਈ ਅਕਾਲੀ ਦਲ ਬਣ ਗਏ। ਜਿਹੜੀ ਪਿਛਲੇ 3-4 ਦਹਾਕਿਆਂ ਤੋਂ ਪਾਰਟੀ ਸਟੇਜ ਤੇ ਰਹੀ, ਮੁੱਖ ਰਹੀ, ਜਿਹਨੂੰ ਕਈ ਵਾਰ ਅਸੀਂ ਅਕਾਲੀ ਦਲ ਬਾਦਲ ਵੀ ਕਹਿ ਦਿੰਦੇ ਹਾਂ ਜਾਂ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਹਾਂ, ਜਿਹੜਾ ਪਿਛਲੀ ਇਲੈਕਸ਼ਨ ਬੁਰੀ ਤਰ੍ਹਾਂ ਹਾਰਿਆ। ਜਦੋਂ ਇਹ ਅਕਾਲੀ ਦਲ ਰਾਜਨੀਤਿਕ ਗਿਰਾਵਟ ਤੇ ਸੀ, ਗਿਰਾਵਟ ਤੋਂ ਭਾਵ ਇੱਥੇ ਮੇਰਾ ਇਹ ਹੈ ਵੀ ਜਦੋਂ ਇਹਦੇ ਕੋਲੇ ਰਾਜਨੀਤਿਕ ਸੱਤਾ ਨਹੀਂ ਸੀ, ਉਸ ਸਮੇਂ ਵੀ ਜਿਹੜੇ ਸਿੱਖ ਮਸਲੇ ਨੇ ਉਹ ਪੰਜਾਬ ਦੀ ਰਾਜਨੀਤੀ ਤੇ ਭਾਰੂ ਹੋ ਗਏ, ਤੇ ਉਹ ਭਾਰੂ ਹੋਣ ਨਾਲ ਇੱਕ ਸ਼ਿਫਟ ਚਲੀ ਗਈ, ਇੱਕ ਨੀਤੀਗਤ ਤਬਦੀਲੀ ਇਹ ਹੋਈ ਕਿ ਉਹ ਮਸਲੇ ਰਾਜਨੀਤੀ ਦੀ ਬਜਾਏ ਧਾਰਮਿਕ ਰੰਗਤ ਜ਼ਿਆਦਾ ਦਿੱਤੀ ਗਈ। ਦੋਨੋਂ ਪਾਸਿਆਂ ਤੋਂ ਜਿਹੜੀਆਂ ਦੂਜੀਆਂ ਪਾਰਟੀਆਂ ਸੀ, ਕਾਂਗਰਸ ਜਿਹਨੂੰ ਅਸੀਂ ਕਹੀਏ ਜਿਹੜੀ ਪੰਜਾਬ 'ਚ ਸੀਗੀ, ਉਹਨਾਂ ਨੇ ਰਾਜਨੀਤੀ ਦੇ ਧਰਮ ਨੂੰ ਅਲੱਗ ਕਰਨ ਦਾ ਕਾਨੂੰਨ ਲਿਆਂਦਾ। ਅਕਾਲੀ ਦਲ ਦਾ ਜਿਹੜਾ ਮੁੱਖ ਦਫ਼ਤਰ ਪਾਰਟੀ ਦਾ ਸਿਆਸੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੁੰਦਾ ਸੀ, ਉਹਨੂੰ ਬਾਹਰ ਕੱਢਿਆ। ਦਰਬਾਰ ਸਾਹਿਬ ਵੱਡੇ ਵੱਡੇ ਇਜਲਾਸ ਅਕਾਲੀ ਦਲ ਦੇ ਹੁੰਦੇ ਸੀ, ਸਾਰੇ ਮੋਰਚੇ ਉੱਥੋਂ ਲਾਏ ਜਾਂਦੇ ਸੀ। ਸੰਵਿਧਾਨਕ ਤੌਰ ਤੇ ਇਸ ਤਰ੍ਹਾਂ ਦੀ ਸਥਿਤੀ ਖੜੀ ਕਰਤੀ ਕਿ ਉਹ ਮੋਰਚੇ ਹੁਣ ਉੱਥੋਂ ਨਹੀਂ ਲੱਗ ਸਕਦੇ, ਘੱਟੋ ਘੱਟ ਰਾਜਨੀਤਿਕ ਪਾਰਟੀ ਦੇ ਝੰਡੇ ਥੱਲੇ ਨਹੀਂ ਲੱਗ ਸਕਦੇ। ਪਰੰਤੂ ਜੇ ਇਸ ਨੂੰ ਆਪਾਂ ਕਹੀਏ ਕਿ ਇਹ ਇੱਕ ਧਿਰ ਦਾ ਕੰਮ ਸੀ,
ਐਦਾਂ ਲੱਗਦਾ ਨਹੀਂ, ਵਿਸ਼ਲੇਸ਼ਣ ਤੋਂ ਇਹ ਲੱਗ ਰਿਹਾ ਹੈ ਕਿ ਇਹ ਚੀਜ਼ਾਂ ਦੋਨੇ ਧਿਰਾਂ ਨੂੰ ਸੂਟ ਕਰਦੀਆਂ ਸੀ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਇੰਦਰਾ ਗਾਂਧੀ ਦੇ ਕਤਲ ਤੋਂ ਪਹਿਲਾਂ ਸਿੱਖਾਂ ਤੇ ਵੱਡਾ ਹਮਲਾ ਹੋਇਆ ਤੇ ਉਹਦੇ ਵਿੱਚ ਸਿੱਖ ਇਕੱਠੇ ਹੋਏ ਤੇ 1985 ਚ ਬਗੈਰ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੇ ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਸਰਕਾਰ ਬਣਾਈ ਤੇ ਉਹ ਜਿਹੜੀ ਸਰਕਾਰ ਸੀ ਉਹ ਕਾਫੀ ਵੱਡੀ ਬਹੁ ਗਿਣਤੀ ਨਾਲ ਜਿੱਤੀ। ਪਰੰਤੂ ਜਿਹੜੇ ਸਿੱਖ ਮਸਲਿਆਂ ਨੂੰ ਉਭਾਰ ਕੇ ਉਹ ਸਰਕਾਰ ਜਿੱਤੀ, ਉਹ ਕਿਸੇ ਵੀ ਸਿੱਖ ਮਸਲੇ ਨੂੰ ਅੱਗੇ ਨਹੀਂ ਤੋਰ ਸਕੀ। ਜਿਹਦਾ ਮੈਂ ਕਾਰਨ ਇਹ ਸਮਝਦਾ ਕਿ ਅਸਲ 'ਚ ਉਹ ਸਰਕਾਰ ਸੀ ਜਿਹੜੀ ਉਹ ਸਿੱਖ ਮਸਲਿਆਂ ਨਾਲੋਂ ਦਾ ਬਹੁਤ ਜ਼ਿਆਦਾ ਸਾਰੋਕਾਰ ਨਹੀਂ ਸੀ, ਸਿਰਫ ਰਾਜਨੀਤਿਕ ਫਾਇਦਾ ਸਿੱਖ ਮਸਲਿਆਂ ਦਾ ਉਹ ਲੈਣਾ ਚਾਹੁੰਦੇ ਸੀ। ਜਿਹੜੇ ਗਰੁੱਪ ਨੂੰ, ਬਰਨਾਲਾ ਗਰੁੱਪ ਨੂੰ ਉਹਦਾ ਫਾਇਦਾ ਮਿਲਿਆ, ਉਹ ਕੁਰਸੀ ਨੂੰ ਚਿਪਕ ਗਿਆ। ਬਾਦਲ ਗਰੁੱਪ ਨੂੰ ਉਹਦਾ ਫਾਇਦਾ ਨਾ ਮਿਲਿਆ, ਉਹਨੇ ਫਿਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਇੱਕ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਇੱਕ ਕਾਰਵਾਈ ਆਪਰੇਸ਼ਨ ਬਲੈਕ ਥੰਡਰ ਦੇ ਤਹਿਤ ਦਰਬਾਰ ਸਾਹਿਬ 'ਚ ਪੁਲਿਸ ਭੇਜੀ ਗਈ ਤੇ ਇਸ ਗੱਲ ਤੇ ਟੌੜਾ ਸਾਹਿਬ ਤੇ ਬਾਦਲ ਸਾਹਿਬ ਨੇ ਨਾਰਾਜ਼ ਹੋ ਕੇ ਬਰਨਾਲਾ ਸਰਕਾਰ ਦੇ ਵਿਰੋਧ 'ਚ ਆਪਣੀ ਸਪੋਰਟ ਵਾਪਸ ਲੈ ਲਈ, ਇੱਕ ਵੱਖਰਾ ਧੜਾ ਬਣਾ ਲਿਆ ਗਿਆ ਜਿਹਦੇ ਨਾਲ ਬਰਨਾਲਾ ਸਰਕਾਰ ਮਾਈਨੋਰਿਟੀ 'ਚ ਆ ਗਈ। ਲੇਕਿਨ ਮਾਈਨੋਰਿਟੀ 'ਚ ਆਉਣ ਦੇ ਬਾਵਜੂਦ ਜਿਹੜੀ ਕਾਂਗਰਸ ਨੂੰ ਅਕਾਲੀ ਦਲ ਆਪਣੀ ਰਾਜਨੀਤਿਕ ਦੁਸ਼ਮਣ ਨੰਬਰ 1 ਮੰਨਦਾ ਸੀ, ਬਰਨਾਲਾ ਸਾਹਿਬ ਬੋਚ ਬਚਾ ਕੇ ਉਹਦੀਆਂ ਫੌੜੀਆਂ ਤੇ ਸਰਕਾਰ ਚਲਾਉਂਦੇ ਰਹੇ 5-4 ਮਹੀਨੇ। ਅਤੇ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ, ਕਾਂਗਰਸ ਨੇ ਇਹ ਅਨਾਉਂਸ ਕੀਤਾ, ਇੱਕ ਡੇਟ ਫਿਕਸ ਕੀਤੀ ਗਈ ਕਿ ਉਸ ਤਰੀਕ ਨੂੰ ਤੁਹਾਨੂੰ ਚੰਡੀਗੜ੍ਹ ਦੇ ਦਿੱਤਾ ਜਾਏਗਾ। ਨਹੀਂ ਦਿੱਤਾ ਗਿਆ। ਬਰਨਾਲਾ ਸਾਹਿਬ ਨੇ ਦਬਕੇ ਵੀ ਮਾਰੇ ਕਿ ਉਸ ਤਰੀਕ ਨੂੰ ਅਸੀਂ ਸਰਕਾਰ ਰਿਜ਼ਾਈਨ ਕਰ ਦਾਂਗੇ, ਪਰੰਤੂ ਰਿਜ਼ਾਈਨ ਨਹੀਂ ਕੀਤਾ। ਉਸ ਤੋਂ ਬਾਅਦ ਹਾਲਾਤ ਬਦਲੇ, ਟੈਰਰਿਜ਼ਮ ਪੀਕ ਤੇ ਚਲਾ ਗਿਆ, ਉਹ ਸਰਕਾਰ ਟੁੱਟੀ ਤੇ ਉਸ ਵੇਲੇ ਉਸੇ ਸਮੇਂ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਸ ਦੇ ਵਿੱਚ ਵੱਡੀ ਪੱਧਰ ਤੇ ਕਾਂਗਰਸ ਨੂੰ ਵੋਟਾਂ ਮਿਲੀਆਂ। ਮੈਨੂੰ ਇਹ ਲੱਗਦਾ ਹੈ ਕਿ ਜੇ ਇੰਦਰਾ ਗਾਂਧੀ ਜਿਉਂਦੇ ਰਹਿੰਦੇ ਤਾਂ ਪੰਜਾਬ ਨੂੰ ਛੱਡ ਕੇ ਫਿਰ ਵੀ ਵੋਟਾਂ ਉਹਨਾਂ ਨੂੰ ਇਸ ਤਰ੍ਹਾਂ ਹੀ ਮਿਲਣੀਆਂ ਸੀ। ਬਲੂ ਸਟਾਰ ਆਪਰੇਸ਼ਨ ਕਰਨ ਤੋਂ ਬਾਅਦ ਕਾਂਗਰਸ ਵੱਲੋਂ ਇਹ ਨੈਰੇਟਿਵ ਖੜਾ ਕੀਤਾ ਗਿਆ ਕਿ ਇੱਕ ਇਹ ਘੱਟ ਗਿਣਤੀ ਕਮਿਊਨਿਟੀ ਹੈ ਜਿਹੜੀ ਸਿੱਖ ਹੈ, ਇਹ ਕਮਿਊਨਿਟੀ ਰਾਸ਼ਟਰਵਾਦ ਦੇ ਉਲਟ ਇੱਕ ਹੋਰ ਧਾਰਾ ਦੇ ਵਿੱਚ ਬਹਿ ਕੇ ਇੱਕ ਵੱਖਰਾ ਦੇਸ਼ ਮੰਗ ਰਹੀ ਹੈ, ਜਦੋਂ ਕਿ ਨਾ ਵੱਖਰਾ ਦੇਸ਼ ਕਦੇ ਬਰਨਾਲਾ ਸਾਹਿਬ ਨੇ ਮੰਗਿਆ, ਨਾ ਬਾਦਲ ਸਾਹਿਬ ਨੇ ਮੰਗਿਆ। ਇੱਥੋਂ ਤੱਕ ਕਿ ਕਈ ਸਪੀਚਾਂ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਸਿੱਧਾ ਇਹ ਕਹਿੰਦੇ ਸੀ ਕਿ ਮੈਂ ਖਾਲਿਸਤਾਨ ਨਹੀਂ ਮੰਗ ਰਿਹਾ, ਪਰ ਜੇ ਸਾਨੂੰ ਦਿੱਤਾ ਜਾਊਗਾ ਤਾਂ ਅਸੀਂ ਨਾ ਨਹੀਂ ਕਰਾਂਗੇ। ਇਹ ਉਹਨਾਂ ਦੀ ਇੱਕ ਰਾਜਨੀਤਿਕ ਪੈਂਤੜੇਬਾਜ਼ੀ ਕਹਿ ਲਓ। ਉਹ ਵੀ ਇਹ ਕਹਿੰਦੇ ਸੀ, ਇਹਦਾ ਅਰਥ ਵੀ ਇਹ ਨਿਕਲਦਾ ਕਿ ਖਾਲਿਸਤਾਨ ਧੱਕੇ ਨਾਲ ਸਾਡੇ ਗਲ ਪਾਇਆ ਜਾ ਰਿਹਾ ਹੈ, ਜਿਹਦੇ ਕਰਕੇ ਮਜਬੂਰੀ ਬਸ ਇਹ ਮੰਗ ਸਾਡੇ ਮੂੰਹ 'ਚ ਪਾਈ ਜਾ ਰਹੀ ਹੈ। ਇੱਦਾਂ ਦੇ ਹਾਲਾਤ ਬਣਾ ਦਿੱਤੇ ਜਾਂਦੇ ਨੇ। ਸੋ ਮੋਟੇ ਰੂਪ 'ਚ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਧਰਮ ਦੇ ਨਾਂ 'ਤੇ ਰਾਜਨੀਤਿਕ ਪਾਰਟੀਆਂ ਬੜੇ ਸੌਖੇ ਤਰੀਕੇ ਨਾਲ ਆਪਣਾ ਰਾਜਨੀਤਿਕ ਏਜੰਡਾ ਧਰਮ ਦੀ ਆੜ ਥੱਲੇ ਜਦੋਂ ਅੱਗੇ ਵਧਾਉਂਦੀਆਂ ਨੇ ਤਾਂ ਇਸ ਦੇ ਫਾਇਦੇ ਦੋ ਧਿਰਾਂ ਨੂੰ ਮਿਲਦੇ ਨੇ ਤੇ ਉਹ ਦੋਨੇ ਧਿਰਾਂ ਰਲ ਕੇ ਉਹ ਫਾਇਦਾ ਲੈਂਦੀਆਂ ਨੇ, ਲੈਂਦੀਆਂ ਰਹੀਆਂ ਨੇ। ਜੇ ਉਹਨਾਂ ਦੋਨਿਆਂ ਦੀ ਸਰਕਾਰ ਚੱਲੀ ਜਾਵੇ, ਜਿਵੇਂ ਪਿਛਲੇ ਸਮੇਂ 'ਚ ਬੀਜੇਪੀ ਦੀ ਸਰਕਾਰ ਤੇ ਪੰਜਾਬ 'ਚ ਅਕਾਲੀ ਦੀ
ਅਕਾਲੀ ਦਲ ਦੀ ਸਰਕਾਰ ਠੀਕ ਚੱਲੀ ਗਈ। ਜੇ ਇਹ ਆਸ ਹੋਵੇ ਕਿ ਇਹਨਾਂ ਦੋਵੇਂ ਸਰਕਾਰਾਂ ਨੂੰ ਐਂਟੀ ਇਨਕੰਬੈਂਸੀ ਦਾ ਕੋਈ ਖਤਰਾ ਨਹੀਂ, ਇਹ ਮੁੜ ਕੇ ਆਰਾਮ ਨਾਲ ਰਿਪੀਟ ਹੋ ਜਾਣਗੀਆਂ, ਫਿਰ ਇਹ ਮੁੱਦੇ ਦਬ ਜਾਂਦੇ ਨੇ। ਇਸ ਕਰਕੇ ਫਿਰ ਜਦੋਂ ਆਪਾਂ ਇਹ ਸਾਰਾ ਕੁਝ ਦੇਖਦੇ ਹਾਂ, ਫਿਰ ਇਹ ਜ਼ਰੂਰ ਲੱਗਦਾ ਹੈ ਕਿ ਇਹਦਾ ਕਿਤੇ ਇਹ ਨਾ ਹੋਵੇ ਕਿ ਕਿਸੇ ਨਾ ਕਿਸੇ ਰੂਪ 'ਚ, ਜ਼ਰੂਰੀ ਨਹੀਂ ਕਿ ਸਿੱਧੇ, ਅਸਿੱਧੇ ਰੂਪ 'ਚ ਇਹ ਪਾਰਟੀਆਂ ਸਮੇਂ-ਸਮੇਂ ਤੇ ਇੱਦਾਂ ਦੀਆਂ ਲਹਿਰਾਂ ਨੂੰ ਜਨਮ ਦੇ ਦੇਣ, ਏਜੰਸੀਆਂ ਰਾਹੀਂ ਜਾਂ ਆਪਣੇ ਹੱਥ ਟੋਕਿਆਂ ਰਾਹੀਂ ਜਾਂ ਪੈਸੇ ਨਾਲ ਖਰੀਦੇ ਹੋਏ ਬੰਦਿਆਂ ਰਾਹੀਂ। ਮੈਨੂੰ ਬਿਲਕੁਲ ਇਹ ਹੈਰਾਨੀ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਨਾ ਕੋਈ ਫੋਲੋਇੰਗ ਹੈ, ਨਾ ਉਹ ਚਿਹਰੇ ਮੇਰੇ ਤੋਂ ਸਿੱਖ ਲੱਗਦੇ ਨੇ। ਪਹਿਲਾਂ ਇੱਕ ਸੱਜਣ ਸੀ ਮਹੰਤ ਸੇਵਾਦਾਸ, ਉਸ ਨੂੰ ਇੱਦਾਂ ਦੀਆਂ ਪਾਰਟੀਆਂ ਨੇ ਬਹੁਤ ਵਰਤਿਆ ਤੇ ਉਹਦਾ ਹਰ ਇੱਕ ਬਿਆਨ ਫਰੰਟ ਪੇਜ ਤੇ ਛਪਦਾ ਸੀ। ਮੈਨੂੰ ਹੈਰਾਨੀ, ਮੈਂ ਮਤਲਬ ਕਦੇ ਨਹੀਂ ਦੇਖਿਆ ਉਹਦੇ, ਮੈਨੂੰ ਕਦੇ 4 ਫਾਲੋਅਰ ਵੀ ਪੰਜਾਬ 'ਚ ਨਹੀਂ ਦਿਖਾਈ ਦਿੱਤੇ ਕਦੇ, ਇੰਨਾ ਚਿਰ ਰਹੀ। ਸੋ ਹੁਣ ਨਵੇਂ ਪਰਪੇਖ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ, ਇੱਕ ਵਿਅਕਤੀ ਪੰਨੂ ਹੈ, ਪਹਿਲਾਂ ਵੀ ਇਸ ਤਰ੍ਹਾਂ ਹੀ ਗੰਗਾ ਸਿੰਘ ਢਿੱਲੋਂ ਦਾ ਨਾਂ ਇੱਕ ਵਰਤਿਆ ਜਾਂਦਾ ਸੀ, ਉਸ ਤਰ੍ਹਾਂ ਦਾ ਇੱਕ ਵਿਅਕਤੀ ਪੰਨੂ ਹੈ। ਹੋ ਸਕਦਾ ਉਹਨੂੰ ਸਿੱਖ ਲਿਟਰੇਚਰ ਦੀ ਸਮਝ ਹੋਵੇ, ਪਰ ਚਿਹਰੇ ਮੋਹਰੇ ਤੋਂ ਉਸ ਤਰ੍ਹਾਂ ਦਾ ਸਿੱਖ ਨਹੀਂ ਦਿਖਾਈ ਦਿੰਦਾ। ਤੇ ਪੰਜਾਬ ਦੇ ਵਿੱਚ ਕਿਤੇ ਸਿੱਖਾਂ ਦੇ ਵਿੱਚ ਉਹਦੀ ਉਸ ਤਰ੍ਹਾਂ ਦੀ ਫੋਲੋਇੰਗ ਦਿਖਾਈ ਨਹੀਂ ਦਿੰਦੀ। ਉਸ ਵਿਅਕਤੀ ਵੱਲੋਂ ਉਸ ਸਟੇਟ 'ਚ ਜਿੱਥੇ ਬੀਜੇਪੀ ਦੀ ਸਰਕਾਰ ਹੈ, ਜਿੱਥੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਦੀ ਇੱਕ ਵੀ ਸੀਟ ਨਹੀਂ ਹੈ, ਜਿੱਥੇ ਸਿੱਖ ਵਿਅਕਤੀ ਸਿੱਖ ਹੋਣ ਦੇ ਨਾਤੇ ਆਪਣੀ ਜ਼ਮਾਨਤ ਬਚਾਉਣ ਜੋਗੀਆਂ ਕਿਤੇ ਵੀ ਵੋਟਾਂ ਨਹੀਂ ਲਿਜਾ ਸਕਦਾ। ਕਾਂਗਰਸ ਨਾਲ ਰਲ ਕੇ ਲਿਜਾ ਸਕਦਾ ਹੈ, ਬੀਜੇਪੀ ਨਾਲ ਰਲ ਕੇ ਲਿਜਾ ਸਕਦਾ ਹੈ, ਪਰ ਕਿਸੇ ਅਕਾਲੀ ਦਲ ਦੇ ਨਾਂ ਤੇ ਜਾਓ, ਸਿੱਖਾਂ ਦੇ ਨਾਂ ਤੇ ਕੋਈ ਪਾਰਟੀ ਬਣਾ ਕੇ ਪੂਰੇ ਹਿਮਾਚਲ ਦੀ ਇੱਕ ਵੀ ਸੀਟ ਤੇ ਇਸ ਤਰ੍ਹਾਂ ਦਿਖਾਈ ਨਹੀਂ ਦਿੰਦਾ ਕਿ ਕੋਈ ਬੰਦਾ ਉਸ ਏਜੰਡੇ ਤੇ ਆਪਣੀ ਜ਼ਮਾਨਤ ਬਚਾ ਸਕਦਾ ਹੋਵੇ। ਹੁਣ ਜਦੋਂ ਦਿਖਾਈ ਆਪਾਂ ਐਨਾਲਿਸਿਸ ਕਰੀਏ ਤੇ ਫਿਰ ਉੱਥੇ ਖਾਲਿਸਤਾਨ ਦਾ ਪ੍ਰਚਾਰ ਹੈ ਜਿਹੜਾ, ਉਹ ਕਰਨ ਨਾਲ ਕੀ ਫਾਇਦਾ ਹੋਏਗਾ? ਜੇਕਰ ਆਪਾਂ ਸਮਝਦੇ ਕਿ ਇਹ ਪ੍ਰਚਾਰ ਦਿੱਲੀ 'ਚ ਕੀਤਾ ਜਾਂਦਾ, ਫਿਰ ਕਿਸੇ ਹੱਦ ਤੱਕ ਆਪਾਂ ਮੰਨ ਸਕਦੇ ਹਾਂ ਕਿ ਇਹ ਕੇਂਦਰ ਦੀ ਸਰਕਾਰ ਤੇ ਇੱਕ ਦਬਾਅ ਬਣਾਉਣ ਦੀ ਰਣਨੀਤੀ ਹੈ। ਹੁਣ ਇਸ ਗੱਲ 'ਚ ਸਮਝ ਨਹੀਂ ਆਉਂਦੀ ਕਿ ਇਹ ਦੋਸ਼ ਲਾਉਣਾ ਔਖਾ ਕੰਮ ਹੈ ਕਿ ਆਪਾਂ ਸਿੱਧਾ ਦੋਸ਼ ਲਾ ਦਈਏ ਕਿ A ਪਾਰਟੀ ਜਾਂ B ਪਾਰਟੀ ਇਹਨਾਂ ਨਾਲ ਰਲੀ ਹੋਈ ਹੈ, ਪਰੰਤੂ ਇਹ ਜ਼ਰੂਰ ਸੋਚਣਾ ਪਏਗਾ, ਇਹ ਵਿਸ਼ਲੇਸ਼ਣ ਦਾ ਕੰਮ ਹੈ ਕਿ ਇਹਨਾਂ ਘਟਨਾਵਾਂ ਦਾ ਰਾਜਨੀਤਿਕ ਫਾਇਦਾ ਕਿਸ ਪਾਰਟੀ ਨੂੰ ਮਿਲੇਗਾ। ਤੇ ਉਹਦੇ ਵਿੱਚੋਂ ਹਿਮਾਚਲ ਦੇ ਵਿੱਚ ਕਿਤੇ 1% ਵੀ ਚਾਂਸ ਨਹੀਂ ਕਿ ਇਸ ਦਾ ਕੋਈ ਫਾਇਦਾ ਸਿੱਖ ਲਹਿਰ ਨੂੰ ਮਿਲਦਾ ਹੋਵੇ। ਹਿਮਾਚਲ ਦੇ ਵਿੱਚ ਚੋਣਾਂ ਨੇ, ਉਸ ਸਥਿਤੀ ਦੇ ਵਿੱਚ ਇਸ ਘਟਨਾ ਦਾ ਜਾਂ ਇੱਦਾਂ ਦੀਆਂ ਹੋਰ ਕਿਸੇ ਘਟਨਾਵਾਂ ਦਾ ਜਿਹੜਾ ਫਾਇਦਾ ਮਿਲਣਾ ਹੈ, ਉਹ ਫਾਇਦਾ ਮੈਨੂੰ ਲੱਗ ਰਿਹਾ ਹੈ ਕਿ ਬੀਜੇਪੀ ਨੂੰ ਮਿਲ ਸਕਦਾ ਹੈ। ਕਿਉਂਕਿ ਉਹਨਾਂ ਨੇ ਇਸ ਕਾਰਜ ਨੂੰ, ਇਸ ਐਕਟ ਨੂੰ ਐਂਟੀ ਨੈਸ਼ਨਲ ਦੱਸਣਾ ਹੈ ਤੇ ਉਹਨਾਂ ਨੇ ਇਹ ਪ੍ਰਚਾਰ ਕਰਨਾ ਹੈ ਕਿ ਜੇਕਰ ਇਹ ਤਾਕਤਾਂ ਅੱਗੇ ਆਉਣਗੀਆਂ ਤਾਂ ਨੇਸ਼ਨ ਨੂੰ ਖਤਰਾ ਹੈ, ਦੇਸ਼ ਨੂੰ ਖਤਰਾ ਹੈ, ਤੇ ਉਹ ਖਤਰੇ ਤੋਂ ਤੁਹਾਨੂੰ ਜੇ ਕੋਈ ਬਚਾ ਸਕਦਾ ਹੈ ਉਹ ਭਾਰਤੀ ਜਨਤਾ ਪਾਰਟੀ ਹੈ। ਤੇ ਇਹ ਜਿਹੜੀਆਂ ਘਟਨਾਵਾਂ ਮੁੱਖ ਰੂਪ 'ਚ ਹੋ ਰਹੀਆਂ ਨੇ, ਉਹ ਹਲਦੀ ਘੜੀ ਜਾਂ ਹਿਮਾਚਲ 'ਚ ਹੋ ਗਈ ਜਾਂ ਹਰਿਆਣੇ 'ਚ ਹੋ ਗਈ, ਦੋਨੇ ਥਾਵਾਂ ਤੇ ਸਰਕਾਰਾਂ ਕਿਹਦੀਆਂ ਨੇ? ਇਹ ਵਿਸ਼ਲੇਸ਼ਣ ਦਾ ਵਿਸ਼ਾ ਤਾਂ ਹੈ ਹੀ ਹੈ ਨਾ, ਘੱਟੋ ਘੱਟੇ
ਬਿਲਕੁਲ ਉਹ ਕਿਸੇ ਜਿਹੜੀ ਪਾਰਟੀ ਦੀਆਂ ਨੇ, ਉਹ ਪਾਰਟੀ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਸਭ ਤੋਂ ਵੱਡਾ ਏਜੰਡਾ ਜੋ ਹਾਈਲਾਈਟ ਕੀਤਾ ਜਾਂਦਾ ਹੈ, ਉਹ ਦੇਸ਼ ਦਾ, ਨੇਸ਼ਨ ਦਾ, ਏਕਤਾ ਦਾ, ਹਿੰਦੂ ਬੋਲਤਾ ਦਾ, ਇਹ ਨਾਰੇ ਉਹਨਾਂ ਦੇ ਨੇ। ਤੇ ਇਹਨਾਂ ਘਟਨਾਵਾਂ ਨਾਲ ਉਹਨਾਂ ਦੀ ਰਾਜਨੀਤਿਕ ਤਾਕਤ ਨੂੰ ਬਲ ਮਿਲਦਾ ਹੈ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਸੋ ਇਸ ਕਰਕੇ ਮੈਂ ਨਹੀਂ ਕਹਿੰਦਾ ਕਿ ਉਹਨਾਂ ਤੇ ਮੈਂ ਦੋਸ਼ ਲਾ ਰਿਹਾ, ਪਰ ਜਦੋਂ ਵੀ ਵਿਸ਼ਲੇਸ਼ਣ ਹੋਏਗਾ ਤਾਂ ਸ਼ੱਕ ਦੀ ਸੂਈ ਉੱਥੇ ਘੁੰਮੇਗੀ। ਫਿਰ ਮੈਂ ਕਹਿਣਾ ਇਹ ਨਹੀਂ, ਮੈਂ ਕਹਿੰਦਾ ਕਿ ਉਹ ਇਹ ਕੁਝ ਕਰ ਰਹੇ ਨੇ, ਪਰੰਤੂ ਜੇ ਆਪਾਂ ਦੂਜੀ ਤਰ੍ਹਾਂ ਰਹੀਏ, ਇਹ ਵੀ ਮੰਨ ਲਈਏ ਕਿ ਉਹ ਉਸ ਇਹਨਾਂ ਘਟਨਾਵਾਂ ਨੂੰ ਪ੍ਰੋਤਸਾਹਨ ਉਹ ਨਹੀਂ ਦੇ ਰਹੇ, ਪਰੰਤੂ ਜੇ ਆਪਾਂ ਇਹ ਵੀ ਤਾਂ ਇੱਕ ਦੋਸ਼ ਲਾਵਾਂਗੇ ਕਿ ਇਹ ਘਟਨਾਵਾਂ ਉਹਨਾਂ ਸੂਬਿਆਂ ਵਿੱਚ ਹੀ ਕਿਉਂ ਹੋ ਰਹੀਆਂ ਨੇ, ਕੀ ਉੱਥੇ ਦੀ ਇੰਟੈਲੀਜੈਂਸ ਫੇਲੂਅਰ ਹੈ, ਜਾਂ ਫਿਰ ਉਹਨਾਂ ਨੂੰ ਸਭ ਕੁਝ ਪਤਾ ਹੈ, ਉਹ ਇੱਕ ਸਪੇਸ ਥਾਂ ਦੇ ਰਹੇ ਨੇ ਜਾਣਬੁੱਝ ਕੇ ਕਿ ਇਦਾਂ ਦੀਆਂ ਘਟਨਾਵਾਂ ਇੱਥੇ ਹੋਣ, ਤੇ ਉਹ ਘਟਨਾਵਾਂ ਨੂੰ ਫਿਰ ਆਪਾਂ ਪ੍ਰਚਾਰ ਕੇ ਆਪਣੇ ਨੈਰੇਟਿਵ ਅਨੁਸਾਰ ਸੈੱਟ ਕਰਕੇ ਉਹ ਪ੍ਰਚਾਰ ਦਾ ਫਾਇਦਾ ਲਈਏ। ਮੋਟੇ ਰੂਪ 'ਚ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜੋ ਜਿਵੇਂ ਮੋਹਾਲੀ ਦੇ ਵਿੱਚ ਵੀ ਹਮਲਾ ਹੋਇਆ ਜੀ। ਦੇਖੋ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰੀਆਂ, ਇੱਕਦਮ ਸਰਕਾਰ ਬਦਲਣ ਤੋਂ ਬਾਅਦ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਸਿਲਸਿਲਾ ਤੇਜ਼ ਹੋ ਗਿਆ, ਜਿਵੇਂ ਪਟਿਆਲਾ ਦੇ ਵਿੱਚ ਘਟਨਾ ਵਾਪਰੀ ਸੀ ਆਹ। ਫਿਰ ਜੇ ਆਪਾਂ ਮੋਟੇ ਤੌਰ ਤੇ ਸਮਝੀ ਤੁਹਾਡੀ ਗੱਲ ਦੇ ਵਿੱਚੋਂ ਕਿ ਇਲੈਕਸ਼ਨ ਦੇ ਨਾਲ ਸੰਬੰਧਿਤ ਬਿਲਕੁਲ, ਜਿੱਥੇ ਵੀ ਦੋ ਤਰੀਕੇ ਨੇ ਇਹਦੇ ਵਿੱਚ, ਤੁਸੀਂ ਕਮਾਲ ਦੀ ਗੱਲ ਇਹ 'ਚ ਸਮਝੋ ਕਿ ਜਿੱਥੇ ਤਾਂ ਬੀਜੇਪੀ ਦੇ ਰਾਜ 'ਚ ਜਦੋਂ ਇਹ ਘਟਨਾਵਾਂ ਹੁੰਦੀਆਂ ਨੇ, ਉੱਥੇ ਇਹ ਘਟਨਾਵਾਂ ਦਾ ਪੈਟਰਨ ਹੋਰ ਹੈ। ਜਦੋਂ ਨੌਨ ਬੀਜੇਪੀ ਰਾਜ 'ਚ ਹੁੰਦੀਆਂ ਨੇ, ਜਿਵੇਂ ਪੰਜਾਬ 'ਚ ਹੋਈਆਂ, ਉੱਥੇ ਇਸ ਦਾ ਪੈਟਰਨ ਬਿਲਕੁਲ ਹੋਰ ਹੈ। ਕਰਨਾਲ 'ਚ ਹੋਇਆ ਜੋ ਕੁਛ ਹਿਮਾਚਲ 'ਚ ਹੋਇਆ, ਉੱਥੇ ਸਰਕਾਰਾਂ ਨੇ ਜਿਹੜੀਆਂ ਸਮੇਂ ਦੀਆਂ, ਕਿਉਂਕਿ ਸਰਕਾਰ ਨੂੰ ਹਮੇਸ਼ਾ ਇਹ ਡਰ ਤਾਂ ਹੁੰਦਾ ਹੈ ਕਿ ਲਾ ਐਂਡ ਆਰਡਰ ਦੀ ਸਮੱਸਿਆ ਨਾ ਬਣੇ। ਜੇਕਰ ਦੰਗੇ ਹੋਣਗੇ ਤਾਂ ਲਾ ਐਂਡ ਆਰਡਰ ਬ੍ਰੇਕ ਹੋਏਗਾ, ਗੈਰ ਵਿਸ਼ਵਾਸੀ ਲੋਕਾਂ 'ਚ ਹੋਏਗੀ। ਬਹੁਤੀ ਵਾਰ ਉਸ ਚੀਜ਼ ਦਾ ਸਮੇਂ ਦੀ ਸਰਕਾਰ ਨੂੰ ਨੁਕਸਾਨ ਹੁੰਦਾ ਹੈ। ਉੱਥੇ ਐਦਾਂ ਦੇ ਹਾਲਾਤ ਇਹਨਾਂ ਨੇ ਬਿਲਕੁਲ ਨਹੀਂ ਬਣਨ ਦਿੱਤੇ। ਹਿਮਾਚਲ ਵਾਲੀ ਘਟਨਾ ਤਾਂ ਬਿਲਕੁਲ ਐਦਾਂ ਹੈ ਕਿ ਜਿਵੇਂ ਕਿਸੇ ਨੇ ਸੇਫ ਤੇ ਸੁਰੱਖਿਅਤ ਰਾਹ ਦਿੱਤਾ ਹੋਵੇ ਕਿਸੇ ਨੇ ਕਿ ਆਓ ਇੱਥੇ ਤੁਸੀਂ ਐਦਾਂ ਦੇ ਪੋਸਟਰ ਲਾ ਕੇ ਬਿਲਕੁਲ ਸੁਰੱਖਿਅਤ ਨਿਕਲ ਜਾਓ। ਸਿਕਿਉਰਿਟੀ ਵੀ ਹੁੰਦੀ ਹੈ ਵਿਧਾਨ ਸਭਾ ਦੇ ਬਾਹਰ, ਕਿੱਥੇ ਉਸ ਤੋਂ ਬਾਅਦ ਦੂਜੇ ਦਿਨ ਮੀਡੀਆ 'ਚ ਵੱਡੀ ਤਰ੍ਹਾਂ ਉਹਨੂੰ ਹਾਈਲਾਈਟ ਕਰ ਦਿਓ। ਸਮਝ ਗਏ ਨਾ? ਸੋ ਉਹਦੇ ਨਾਲ ਹਿਮਾਚਲ ਦੀ ਸਰਕਾਰ ਤੇ ਇਹ ਦੋਸ਼ ਤਾਂ ਲੱਗਦਾ ਕਿ ਉਹਨਾਂ ਦਾ ਇੰਟੈਲੀਜੈਂਸ ਫੇਲੂਅਰ ਹੈ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਤੋਂ ਸਰਕਾਰ ਚੱਲ ਨਹੀਂ ਰਹੀ। ਦੰਗੇ ਕਰਾਉਣ ਵਾਲੀ ਗੱਲ ਹੈ। ਪਰ ਪੰਜਾਬ 'ਚ ਜੇ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ, ਉਹਨਾਂ ਨੇ ਸਿਚੁਏਸ਼ਨ ਨੂੰ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਲਈ ਉਕਸਾਇਆ। ਉਹਦੇ ਪਿੱਛੇ ਕੌਣ ਹੈ? ਇਹ ਨਿਰੀਖਣ ਦਾ ਕੰਮ ਹੈ, ਲੱਭਣ ਦਾ ਕੰਮ ਹੈ, ਸਰਕਾਰ ਦਾ ਕੰਮ ਹੈ, ਜਾਂਚ ਦਾ ਵਿਸ਼ਾ ਹੈ। ਇਹ 'ਚ ਸਿੱਧੇ ਦੋਸ਼ ਲਾ ਦੇਣੇ ਮੈਨੂੰ ਮੁਨਾਸਬ ਨਹੀਂ ਲੱਗਦੇ, ਪਰੰਤੂ ਹਾਲਾਤ ਉਹ 'ਚ ਇਹ ਬਣਾਏ ਕਿ ਦੋ ਫਿਰਕਿਆਂ ਦੇ ਵਿੱਚ ਵੱਡੀ ਲੜਾਈ ਹੋ ਜਾਵੇ। ਤੇ ਮੈਂ ਕ੍ਰੈਡਿਟ ਸਰਕਾਰ ਨੂੰ ਦੇਵਾਂਗਾ ਕਿ ਮੌਕੇ ਦੀ ਸਰਕਾਰ ਨੇ ਉਹ ਲੜਾਈ ਹੋਣ ਤੋਂ ਸਥਿਤੀ ਬਚਾ ਲਈ। ਤੇ ਇਸ ਦਾ ਮਤਲਬ ਜਦੋਂ ਆਪਾਂ ਵਿਸ਼ਲੇਸ਼ਣ ਕਰਾਂਗੇ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਇਹ ਦੰਗਾ ਕਰਾਉਣ 'ਚ ਉਹ ਤਾਕਤਾਂ ਕਾਮਯਾਬ ਹੋ ਜਾਂਦੀਆਂ, ਉਹ ਤਾਕਤਾਂ ਕੋਈ ਵੀ ਹੁੰਦੀਆਂ, ਉਹਨੂੰ ਆਪਾਂ ਇੱਕ ਸੈਕਿੰਡ ਲਈ ਭੁੱਲ ਜਾਈਏ, ਪਰ ਇਹਦਾ ਰਾਜਨੀਤਿਕ ਫਾਇਦਾ ਕਿਹਨੂੰ ਮਿਲਣਾ ਸੀ? ਜਾਂ ਅਕਾਲੀ ਦਲ ਨੂੰ ਜਾਂ ਬੀਜੇਪੀ ਨੂੰ। ਇਸ ਦੰਗਿਆਂ ਦਾ ਰਾਜਨੀਤਿਕ ਫਾਇਦਾ ਆਮ ਆਦਮੀ ਪਾਰਟੀ ਨੂੰ ਨਹੀਂ ਸੀ ਮਿਲਣਾ। ਸੋ
ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ। ਇੱਕ ਆਹ ਵੀ ਚੀਜ਼ ਘੜੀ ਜਾਂਦੀ ਹੈ ਕਿ ਲੋਕ ਮਨਾਂ ਦੇ ਵਿੱਚ ਕਿ ਜੋ ਮਜ਼ਬੂਤ ਸਰਕਾਰ ਹੈ, ਜਿਵੇਂ ਹਿਮਾਚਲ ਦੀ ਘਟਨਾ ਲੈ ਲਓ, ਕਿ ਲੋਕਾਂ ਨੂੰ ਆਹ ਗੱਲ ਲੱਗੇ ਕਿ ਆਹੀ ਹੈਂਡਲ ਕਰ ਸਕਦੇ ਨੇ। ਜੇਕਰ ਉੱਥੇ ਭਾਜਪਾ ਹੀ ਹੈਂਡਲ ਕਰ ਸਕਦੀ ਹੈ, ਨਵੇਂ ਬੰਦੇ ਆ ਕੇ ਤਾਂ ਹੈਂਡਲ ਨਹੀਂ ਕਰ ਸਕਦੇ। ਤੁਹਾਨੂੰ ਇਹੀ ਕਹਿਣਾ ਕਿ ਉਹ ਇਹੀ ਕਹਿ ਰਹੇ ਨੇ ਕਿ ਜੇਕਰ ਇੱਥੇ ਪੰਜਾਬ ਵਰਗੀ ਸਰਕਾਰ, ਰਾਜਨੀਤਿਕ ਪਾਰਟੀ ਦੀ ਸਰਕਾਰ ਬਣਦੀ ਹੈ, ਬਿਲਕੁਲ, ਤਾਂ ਪੰਜਾਬ ਵਾਂਗੂ ਇੱਥੇ ਦੰਗੇ ਹੋਣ ਦੇ ਚਾਂਸਸ ਨੇ। ਮਾਹੌਲ ਖਰਾਬ, ਪਰੰਤੂ ਜੇ ਸਾਡੀ ਸਰਕਾਰ ਰਹਿੰਦੀ ਹੈ ਫਿਰ ਦੰਗੇ ਨਹੀਂ ਹੋਣਗੇ, ਅਸੀਂ ਸਾਰਾ ਕੁਝ ਕੰਟਰੋਲ ਕਰ ਲਾਂਗੇ। ਪਰੰਤੂ ਇਹ ਸਾਰੀਆਂ ਘਟਨਾਵਾਂ ਸ਼ੱਕ ਦੀ ਸੂਈ ਕਿਤੇ ਰਾਜਨੀਤਿਕ ਪਾਰਟੀਆਂ ਵੱਲ ਘਮਾਉਂਦੀਆਂ ਨੇ ਕਿ ਸਿੱਧੇ ਜਾਂ ਅਸਿੱਧੇ ਰੂਪ 'ਚ ਜਾਂ ਤਾਂ ਇਹਨਾਂ ਦੀ ਸ਼ੈ ਹੈ ਜਾਂ ਇਹਨਾਂ ਦੀ ਕਿਤੇ ਨਾ ਕਿਤੇ ਅਸਿੱਧੇ ਰੂਪ 'ਚ ਪਾਰਟਿਸਪੇਸ਼ਨ ਹੈ। ਕਾਰਨ ਫਿਰ ਮੈਂ ਕਹਿਣਾ, ਜਿਵੇਂ ਆਪਾਂ ਕਾਨੂੰਨ ਦੀ ਵੀ ਕੋਈ ਗੱਲ ਕਰੀਏ ਨਾ, ਜੇ ਆਪਾਂ ਨੂੰ ਕਈ ਵਾਰੀ ਕੋਈ ਘਟਨਾ 'ਚ ਦੋਸ਼ੀ ਨਾ ਲੱਭੇ, ਫਿਰ ਪੁਲਿਸ ਵੀ ਇਸ ਪੱਖ ਨੂੰ ਧਿਆਨ 'ਚ ਰੱਖ ਕੇ ਜਾਂਚ ਕਰਦੀ ਹੈ ਕਿ ਇਹਦਾ ਫਾਇਦਾ ਕਿਹਨੂੰ ਹੋਣਾ ਸੀ। ਉਹਨਾਂ ਤੇ ਆਪਾਂ ਥੋੜਾ ਜਿਹਾ ਵਿਸ਼ੇ ਤੇ ਆ ਕੇ ਇਹ ਜਾਂਚ ਕਰੀਏ ਕਿ ਉਹ ਬੰਦੇ ਇਹੋ ਜਿਹਾ ਕੰਮ ਕਰਾ ਸਕਦੇ ਨੇ ਜਿਨ੍ਹਾਂ ਨੂੰ ਇਹਦਾ ਫਾਇਦਾ ਹੈ। ਇਸ ਕਰਕੇ ਆਪਾਂ ਉਹਨਾਂ ਰਾਜਨੀਤਿਕ ਪਾਰਟੀਆਂ ਵੱਲ ਸੂਈ ਘੁੰਮਣ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਇਹ ਸਾਰੀ ਪ੍ਰਕਿਰਿਆ ਦਾ ਫਾਇਦਾ ਜਾਣ ਦੀ ਸੰਭਾਵਨਾ ਹੈ। ਉਹ ਕਲੀਅਰ ਹੈ ਕਿ ਉਹ ਜਦੋਂ ਉੱਦਾਂ ਦਾ ਵਿਸ਼ਲੇਸ਼ਣ ਕਰਦੇ ਆ, ਐਨਾਲਿਸਿਸ ਕਰਦੇ ਆ, ਤਾਂ ਫਿਰ ਸ਼ੱਕ ਦੀ ਸੂਈ ਉੱਥੇ ਜਾਂਦੀ ਹੈ। ਬਿਲਕੁਲ ਜੀ। ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ। ਧੰਨਵਾਦ ਜੀ, ਬਹੁਤ ਤੁਹਾਡਾ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ। ਤੁਸੀਂ ਜਾਣਿਆ ਕਿ ਸਿੱਖ ਮਸਲਿਆਂ ਦੇ ਉੱਪਰ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਕਈ ਘਟਨਾਵਾਂ ਲੈ ਕੇ ਪੰਜਾਬ ਦੇ ਵਿੱਚ ਵੀ ਕਈ ਘਟਨਾਵਾਂ ਵਾਪਰੀਆਂ, ਹਿਮਾਚਲ ਦੇ ਵਿੱਚ ਵਾਪਰੀਆਂ, ਹਰਿਆਣਾ ਦੇ ਵਿੱਚ ਵਾਪਰੀਆਂ, ਯਾਨੀ ਕਿ ਪੰਜਾਬ ਦੇ ਜੋ ਗੁਆਂਢੀ ਸੂਬੇ ਨੇ, ਪੰਜਾਬ ਦੇ ਜੋ ਨੇੜੇ ਲੱਗਦੇ ਸੂਬੇ ਨੇ, ਆਖਰ ਮਾਹੌਲ ਜੋ ਘੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਇਦਾ ਕਿਹਨੂੰ ਮਿਲੂਗਾ, ਕਾਰਨ ਕਿੰਨੇ, ਕਾਫੀ ਕੁਝ ਕਲੀਅਰ ਵੀ ਹੋ ਗਿਆ। ਹੋਰ ਸਾਡੇ ਕੋਲ ਜੋ ਅਪਡੇਟ ਹੋਊਗੀ ਇਸ ਮਾਮਲੇ ਦੇ ਵਿੱਚ, ਕਿਉਂਕਿ ਬੜਾ ਸੰਜੀਦਾ ਗੰਭੀਰ ਇੱਕ ਮੁੱਦਾ, ਅਸੀਂ ਤੁਹਾਡੇ ਨਾਲ ਉਹ ਅਪਡੇਟ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।